ਗੱਲ ਕਰੀਏ ਗਡਕਰੀ ਸਾਹਿਬ ਦੀ, ਬਿਆਨ ਦੇ ਕੇ ਭਾਜਪਾ ਬੇਚੈਨ ਕਰਤੀ ਹੈ। ਕਹਿੰਦੇ ਸਿਆਸਤ ਦਾ ਮੰਤਵ ਸਿਰਫ ਸੱਤਾ ਰਹਿ ਗਿਆ। ਬਿਲਕੁਲ ਨਿਤਿਨ ਗਡਕਰੀ ਹੋਰਾਂ ਦਾ ਇਹ ਵੱਡਾ ਬਿਆਨ ਹੈ ਜੀ। ਖਾਸ ਕਰਕੇ ਉਸ ਸ਼ਖਸੀਅਤ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ, ਭਾਜਪਾ 'ਚ ਜਿਹੜੇ ਚੰਦ ਕੁ ਬੰਦੇ ਨੇ ਜਿਹੜੇ ਲੱਗਦੇ ਨੇ ਕਿ ਕੁਝ ਸਮਾਜ ਲਈ ਕਰਨਾ ਚਾਹੁੰਦੇ ਨੇ ਜਾਂ ਆਪਣੀ ਡਿਊਟੀ ਬਖੂਬੀ ਨਿਭਾਉਂਦੇ ਨੇ, ਉਹਨਾਂ 'ਚ ਨਿਤਿਨ ਗਡਕਰੀ ਦਾ ਨਾਮ ਆਉਂਦਾ ਹੈ। ਔਰ ਨਿਤਿਨ ਗਡਕਰੀ ਹੋਰੀ ਇੱਕ ਅਜਿਹੇ ਮੰਤਰੀ ਵਜੋਂ ਵੀ ਜਾਣੇ ਜਾਂਦੇ ਨੇ ਜਿਹੜੇ ਕਹਿੰਦੇ ਕਿ ਆਪਣੇ ਮੰਤਰਾਲੇ ਦਾ ਕੰਮ ਆਪਣੇ ਹਿਸਾਬ ਨਾਲ ਕਰਦੇ ਨੇ, PMO ਦੇ ਹੁਕਮਾਂ ਦੇ ਹਿਸਾਬ ਨਾਲ ਨਹੀਂ ਕਰਦੇ। ਸੋ ਜਿਵੇਂ ਕਿਹਾ ਜਾਂਦਾ ਕਿ ਬਾਕੀ ਮੰਤਰਾਲੇ ਸਾਰੇ PMO ਦੇ ਇਸ਼ਾਰੇ ਤੇ ਚੱਲਦੇ ਨੇ ਜਾਂ ਨਰਿੰਦਰ ਮੋਦੀ ਦੇ ਇਸ਼ਾਰੇ ਤੇ, ਇੱਥੋਂ ਤੱਕ ਵੀ ਚਰਚਾਵਾਂ ਪਿਛਲੀ ਵਾਰ ਤਾਂ ਇਹ ਵੀ ਰਹੀਆਂ ਕਿ ਸੂਟ ਦੇ ਰੰਗ, ਸਾੜੀਆਂ ਦੇ ਰੰਗ ਵੀ PMO ਹਾਊਸ ਤੋਂ ਤੈਅ ਹੁੰਦੇ ਸੀ ਕਿ ਕਿਹੜੇ ਪਾਉਣੇ ਆ ਮੰਤਰੀਆਂ ਨੇ। ਸੋ ਇਸ ਲਈ ਉੱਥੇ ਨਿਤਿਨ ਗਡਕਰੀ ਦਾ ਕੰਮ ਬੋਲਦਾ, ਚਾਹੇ ਉਹ ਸੜਕਾਂ ਦੇ ਮਾਮਲੇ 'ਚ ਹੋਵੇ, ਚਾਹੇ ਉਹਨਾਂ ਦੇ ਕਾਰਜਸ਼ੈਲੀ ਦੇ ਅੰਦਾਜ਼ 'ਚ ਹੋਵੇ। ਸੋ ਉਹ ਨਿਤਿਨ ਗਡਕਰੀ ਨੇ ਜੇਕਰ ਇਹ ਕਿਹਾ ਕਿ ਰਾਜਨੀਤੀ ਤੋਂ ਮਨ ਭਰ ਗਿਆ ਜਾਂ ਉਕਤਾ ਗਿਆ ਜਾਂ ਦਿਲ ਕਰਦਾ ਕਿ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਇਹ ਹੁਣ ਸੇਵਾ ਲਈ, ਦੇਸ਼ ਦੇ ਵਿਕਾਸ ਲਈ ਨਹੀਂ ਰਹਿ ਕੇ ਸਿਰਫ ਤੇ ਸਿਰਫ ਸੱਤਾ ਲਈ ਰਹਿ ਗਈ ਹੈ। ਔਰ ਇਹ ਬਿਆਨ ਪ੍ਰਵੀਨ ਜੀ ਉਸ ਦਿਨ ਆਇਆ ਜਦੋਂ ਇਹਨਾਂ ਦੇ ਬਿਆਨ ਤੋਂ ਇੱਕ ਦਿਨ ਪਹਿਲਾਂ ਰਾਜਨਾਥ ਸਿੰਘ ਦਾ ਬਿਆਨ ਆਉਂਦਾ ਹੈ ਕਿ ਜਿਹੜੇ ਪੰਡਿਤ ਨਹਿਰੂ ਸੀਗੇ, ਉਹਨਾਂ ਦੀ ਨੀਅਤ ਮਾੜੀ ਨਹੀਂ ਸੀ, ਕੋਈ ਨੀਤੀ ਗਲਤੀ ਹੋ ਸਕਦੀ ਹੈ। ਸੋ ਉਹਨਾਂ ਦਾ ਵੀ ਉਹ ਬਿਆਨ, ਮਤਲਬ ਕਿ ਜਿਹੜੇ ਜਿਸ ਪਾਰਟੀ 'ਚ ਰਹਿ ਕੇ ਉਹਨਾਂ ਨੇ ਇਹ ਬਿਆਨ ਬੋਲਿਆ, ਉਹਦੇ ਵੀ ਵੱਡੇ ਅਰਥ ਹੁਣ ਕੱਢੇ ਜਾ ਰਹੇ ਨੇ। ਦੂਸਰੇ ਦਿਨ ਨਿਤਿਨ ਗਡਕਰੀ ਦਾ ਇਹ ਕਹਿਣਾ, ਨਿਤਿਨ ਗਡਕਰੀ ਅਸਲ 'ਚ ਨਾਗਪੁਰ ਸੀਗੇ, ਨਾਗਪੁਰ ਦੇ ਵਿੱਚ ਸਮਾਜ ਸੇਵੀ ਨੇ, 75 ਸਾਲ ਦੇ ਗਰੀਸ਼ ਗਾਂਧੀ ਹੋਰੀ। ਸੋ ਗਰੀਸ਼ ਗਾਂਧੀ ਹੋਰਾਂ ਦੇ ਸਮਾਗਮ ਦੇ ਵਿੱਚ, ਉਹਨਾਂ ਦੇ ਸਨਮਾਨ ਸਮਾਗਮ ਦੇ ਵਿੱਚ ਉਹ ਬੋਲ ਰਹੇ ਸੀ ਤੇ ਉਹਨਾਂ ਦੇ ਗਾਂਧੀ ਦੇ ਹਵਾਲੇ ਨਾਲ ਇਹਨਾਂ ਨੇ ਮਹਾਤਮਾ ਗਾਂਧੀ ਦਾ ਉੱਥੇ ਜ਼ਿਕਰ ਕਰ ਦਿੱਤਾ। ਉਹ ਕਹਿੰਦੇ ਜੀ ਕਿ ਮਹਾਤਮਾ ਗਾਂਧੀ ਦੇ ਟਾਈਮ 'ਚ ਘੱਟੋ ਘੱਟ ਦੇਸ਼ ਪੱਖੀ ਰਾਜਨੀਤੀ ਤਾਂ ਹੁੰਦੀ ਸੀ, ਵਿਕਾਸ ਦੀ ਰਾਜਨੀਤੀ ਤਾਂ ਹੁੰਦੀ ਸੀ। ਸੋ ਇੱਥੇ ਕਹਿੰਦੇ ਕਿ ਸਿਰਫ ਤੇ ਸਿਰਫ ਸੱਤਾ ਦੀ। ਸੋ ਜਦੋਂ ਇਹ ਗੱਲ ਬੋਲੀ ਤਦ ਕਿਤੇ ਨਾ ਕਿਤੇ ਕਾਂਗਰਸ ਦਾ ਨਿਸ਼ਾਨੇ ਤੇ ਆਉਂਦੀ ਹੈ ਕਿ ਕਾਂਗਰਸ ਨੇ ਵੀ ਸੱਤਾ ਦੇ ਹਥਿਆਉਣ ਲਈ ਜਿਹੜੇ ਹੱਥਕੰਡੇ ਅਪਣਾਏ ਉਹ ਤਾਂ ਠੀਕ ਹੈ, ਪਰ ਜਿਹੜੀ ਤਾਜ਼ਾ ਪੀੜ੍ਹੀ, ਨਵੀਂ ਪੀੜ੍ਹੀ, ਮੌਜੂਦਾ ਦੌਰ ਦੇ ਲੋਕ ਦੇਖਦੇ ਨੇ, ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਛੇਤੀ ਰਾਜਨੀਤਿਕ ਪਿਛਲੀਆਂ ਗਲਤੀਆਂ, ਪਿਛਲੇ ਹਮਲੇ ਲੋਕ ਭੁੱਲ ਜਾਂਦੇ ਨੇ। ਸੋ ਤਾਜ਼ਾ ਦ੍ਰਿਸ਼ ਇਸ ਬਿਆਨ ਤੋਂ ਜਿਹੜਾ ਨਜ਼ਰ ਆਉਂਦਾ ਉਹ BJP ਦਾ ਨਜ਼ਰ ਆਉਂਦਾ ਕਿ BJP ਲਗਾਤਾਰ ਮਤਲਬ ਕਿ ਸੱਤਾ ਸੂਬਿਆਂ 'ਚ ਹਾਸਲ ਕਰਨ ਲਈ, ਉਹਨਾਂ ਸੂਬਿਆਂ 'ਚ ਵੀ ਜਿੱਥੇ ਤੁਸੀਂ ਜਿੱਤੇ ਨਹੀਂ, ਜਿੱਥੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਨਹੀਂ, ਜਿੱਥੇ ਤੁਹਾਡੇ ਉਮੀਦਵਾਰ ਜਿਤਾਏ ਨਹੀਂ, ਤੁਸੀਂ ਉਹਨਾਂ ਸੂਬਿਆਂ ਦੇ ਵਿੱਚ ਵੀ ਸਰਕਾਰ ਬਣਾਉਣ ਲਈ ਹੱਥਕੰਡੇ ਅਪਣਾ ਰਹੇ ਹੋ। MLA ਤੋੜ ਲੈਣੇ, ਖਰੀਦ ਲੈਣੇ, ਡਰਾ ਲੈਣੇ, ਧਮਕਾ ਲੈਣੇ, ਪਲੋਸ ਲੈਣੇ। ਸੋ ਉਸ ਦੇ ਤਹਿਤ ਤੁਸੀਂ ਲਗਾਤਾਰ ਉਹਨਾਂ ਸੂਬਿਆਂ 'ਚ ਸਰਕਾਰਾਂ ਹਾਸਲ ਕਰਦੇ ਜਾ ਰਹੇ ਹੋ, ਬਣਾਉਂਦੇ ਜਾ ਰਹੇ ਹੋ, ਜਿਹੜੀਆਂ ਲੋਕਾਂ ਨੇ ਨਹੀਂ ਤੁਹਾਨੂੰ ਦਿੱਤੀਆਂ, ਲੋਕ ਫਤਵੇ ਰਾਹੀਂ ਨਹੀਂ ਮਿਲੀਆਂ, ਲੋਕਤੰਤਰ ਰਾਹੀਂ ਨਹੀਂ ਤੁਸੀਂ ਚੁਣੇ ਗਏ। ਉਸ ਤੋਂ ਇਹ ਨਿਸ਼ਾਨਾ ਸਿੱਧਾ BJP ਤੇ ਲੱਗਦਾ। ਔਰ BJP ਦੇ ਮੁੱਖ ਧਿਰ ਦੇ ਵਿੱਚ ਦੋ ਹੀ ਚਿਹਰੇ ਨੇ, ਨਰਿੰਦਰ ਮੋਦੀ ਔਰ ਅਮਿਤ ਸ਼ਾਹ। ਸੋ ਇਹ ਉਹਨਾਂ ਤੇ ਨਿਸ਼ਾਨਾ ਲੱਗਦਾ। ਇਸ ਲਈ ਕੱਲ ਦੇ ਇਸ ਬਿਆਨ ਤੋਂ ਬਾਅਦ BJP ਦੇ ਅੰਦਰ ਇੱਕ ਵੱਡੀ ਹਲਚਲ ਆ, ਔਰ ਇਸ ਹਲਚਲ ਨੂੰ ਕੀ ਸਿਰਫ ਰਾਜਨੀਤੀ ਤੋਂ ਉਕਤਾ ਗਏ ਨੇ ਨਿਤਿਨ ਗਡਕਰੀ, ਕੀ ਉਹ ਰਾਜਨੀਤਿਕ ਦੇ ਸਿਸਟਮ ਤੋਂ, ਲੀਡਰਾਂ ਦੇ ਕੰਮਕਾਰ ਤੋਂ, ਜਾਂ ਫਿਰ ਉਹਨਾਂ ਨੂੰ ਆਪਣੇ ਅੱਗੇ ਵੀ ਇੱਕ ਬੈਰੀਅਰ ਨਜ਼ਰ ਆ ਰਿਹਾ। ਇਹ ਵੀ ਇੱਕ ਚਰਚਾ ਹੈ, ਕਿਉਂਕਿ ਕੁਝ ਧਿਰਾਂ ਅੰਦਰ ਉਹ ਨੇ ਜਿਹੜੀਆਂ ਲੱਗਦੀਆਂ ਸੀ ਕਿ ਨਰਿੰਦਰ ਮੋਦੀ ਨੂੰ ਮੁਕਾਬਲਾ ਦੇ ਸਕਦੀਆਂ ਨੇ ਪਾਰਟੀ ਦੇ ਅੰਦਰ, ਉਹਨਾਂ ਦਾ ਬਦਲ ਬਣ ਸਕਦੀਆਂ ਨੇ, ਜਾਂ ਜਿਨ੍ਹਾਂ ਦਾ ਹੱਕ ਬਣਦਾ ਸੀ। ਖਾਸ ਕਰਕੇ ਦੋ ਹਸਤੀਆਂ ਤਾਂ ਇਸ ਦੁਨੀਆ ਤੋਂ ਚਲੀਆਂ ਹੀ ਗਈਆਂ, ਚਾਹੇ ਉਹ ਅਰੁਣ ਜੇਤਲੀ ਦਾ ਜ਼ਿਕਰ ਕਰ ਲਈਏ, ਚਾਹੇ ਉਹ ਸੁਸ਼ਮਾ ਸਵਰਾਜ ਦਾ ਜ਼ਿਕਰ ਕਰ ਲਈਏ। ਸੋ ਉਹ ਵੀ ਪ੍ਰਤੀਦਵੰਦੀ ਮੰਨੇ ਜਾਂਦੇ ਸੀ ਇਸ ਰੇਸ ਦੇ ਵਿੱਚ, ਔਰ ਉਹ ਹੁਣ ਦੁਨੀਆ ਤੋਂ ਚਲੇ ਗਏ। ਤੇ ਉਸ ਤੋਂ ਬਾਅਦ ਜੇਕਰ ਕੁਝ ਚਿਹਰੇ ਨਜ਼ਰ ਆਉਂਦੇ ਨੇ ਤਾਂ ਉਹ ਰਾਜਨਾਥ ਸਿੰਘ ਔਰ ਨਿਤਿਨ ਗਡਕਰੀ ਵਰਗੇ ਨੇ, ਜਿਹੜੇ ਚਰਚਾ ਆਉਂਦੀ ਹੈ ਕਿ ਇਹ ਹੁਣ ਅਗਲਾ ਬਦਲ ਬਣ ਸਕਦੇ ਨੇ, ਇਹ ਅਗਲਾ ਰੂਪ ਹੋ ਸਕਦਾ। RSS ਦੀ ਪਸੰਦ ਨੇ ਨਿਤਿਨ ਗਡਕਰੀ, ਤੇ ਇਸ ਹਵਾਲੇ ਨਾਲ ਵੀ ਦੇਖਿਆ ਜਾਂਦਾ। ਪਰ ਉਹ ਸਾਰਿਆਂ ਦੇ ਵਿੱਚ ਕੀ ਪਾਰਟੀ ਦੇ ਅੰਦਰ ਅਜਿਹਾ ਕੁਝ ਚੱਲ ਰਿਹਾ, ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਹੁਣ ਕਲਾਸਾਂ ਲੈਣੀਆਂ ਸ਼ੁਰੂ ਕਰ ਲਈਆਂ ਨੇ ਪ੍ਰਧਾਨ ਮੰਤਰੀ ਵਾਲੇ ਕੁਰਸੀ ਸਾਂਭਣ ਦੇ ਲਈ ਜੋਗੀ ਨੇ। ਸੋ ਉਸ ਨੂੰ ਲੈ ਕੇ ਵੀ ਇਹ ਵੀ ਕਿਹਾ ਜਾਂਦਾ ਕਿ ਅੱਜ ਕੱਲ੍ਹ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੇ ਵਿੱਚ ਵੀ ਰਿਸ਼ਤੇ ਉਹਨੇ ਚੰਗੇ ਨਹੀਂ ਗਏ, ਕਿਉਂਕਿ ਅਮਿਤ ਸ਼ਾਹ ਨੂੰ ਲੱਗਦਾ ਕਿ ਮੈਂ ਨੰਬਰ 2 ਰਹਿਣਾ, ਮੈਂ ਨੰਬਰ 1 ਨਹੀਂ ਬਣ ਪਾਉਣਾ। ਉਹਦੇ ਵੱਲ ਜੋਗੀ ਵੱਧ ਰਹੇ ਨੇ। ਕਿ ਉਸੇ ਤਰ੍ਹਾਂ ਦੀ ਨਿਰਾਸ਼ਾ ਤਾਂ ਨਹੀਂ ਕੋਈ ਆ ਗਈ ਨਿਤਿਨ ਗਡਕਰੀ ਦੇ, ਉਹਦੇ ਵਿੱਚੋਂ ਤਾਂ ਨਹੀਂ ਇਹ ਬੋਲੇਗੇ, ਜਾਂ ਉਹ ਸਮੁੱਚੇ ਰਾਜਨੀਤੀ ਦੇ ਅਕਸ ਤੋਂ, ਸਮੁੱਚੇ ਰਾਜਨੀਤਿਕ ਦੇ ਸਿਸਟਮ ਤੋਂ, ਜਿਵੇਂ ਉਹਨਾਂ 'ਚ ਭ੍ਰਿਸ਼ਟਾਚਾਰ ਆ ਗਿਆ, ਜਿਵੇਂ ਵਿਕਣ ਲਈ ਵੀ MLA ਕਾਲੇ ਨੇ ਤੇ ਸਾਹਮਣੇ ਤਰ੍ਹਾਂ ਖਰੀਦਣ ਲਈ ਵੀ ਕਾਲੀਆਂ ਨੇ, ਲੋਕ ਸਭਾ ਦੇ MP MLA। ਹੁਣ ਖਬਰ ਆ ਰਹੀ ਹੈ ਕਿ ਇੱਕ ਗਰੋਹ ਫੜਿਆ ਗਿਆ ਜਿਹੜਾ 10-10 ਮਤਲਬ 100-100 ਕਰੋੜ ਦੇ ਵਿੱਚ ਰਾਜਪਾਲ ਤੇ ਮਤਲਬ ਕਿ ਰਾਜ ਸਭਾ ਦੀਆਂ ਟਿਕਟਾਂ ਵੇਚਦਾ ਸੀਗਾ। ਸੋ ਉਹ ਗਰੋਹ ਹੁਣ ਫੜਿਆ ਗਿਆ ਜਿਹੜਾ ਸੌਦੇ ਕਰਾਉਂਦਾ ਸੀਗਾ ਕਿ ਤੁਹਾਨੂੰ ਸ਼ਿੰਦੇ ਦੀ ਕੈਬਨਿਟ 'ਚ ਮੰਤਰੀ ਬਣਾ ਦਿੰਦੇ ਆ, ਤੁਹਾਨੂੰ ਰਾਜਪਾਲ ਲਵਾ ਦਿੰਦੇ ਆ, ਤੁਹਾਨੂੰ ਆ ਲਓ ਰਾਜ ਸਭਾ ਦੀ ਟਿਕਟ।
ਸੋ ਇਹਦਾ ਮਤਲਬ ਕੀ ਉਸ ਦਾ ਸ਼ਿਕਾਰ ਇਹ ਰਾਜਨੀਤਿਕ ਧਿਰਾਂ, ਜਿਵੇਂ ਨਿਤਿਨ ਗਡਕਰੀ ਨੇ ਬੋਲਿਆ, ਕਿ ਉਹਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ ਜੇ ਕਿਸੇ ਸਿਸਟਮ ਦਾ, ਕਿ ਭਾਈ ਪੈਸੇ ਵਾਲੇ ਅੱਗੇ ਲੰਘ ਰਹੇ ਨੇ, ਸੌਦੇਬਾਜ਼ੀ ਵਾਲੇ ਅੱਗੇ ਲੰਘ ਰਹੇ ਨੇ ਔਰ ਸਹੀ ਨਹੀਂ ਮਿਲ। ਸੋ ਕੁਛ ਨਾ ਕੁਛ ਹੈ। ਇਸ ਨੂੰ ਤੁਸੀਂ ਪੂਰੇ ਭਾਰਤ ਦੇ ਰਾਜਨੀਤੀ ਦਾ ਅਕਸ ਵਜੋਂ ਵੀ ਦੇਖ ਸਕਦੇ ਹੋ, ਇਸ ਨੂੰ ਤੁਸੀਂ ਬੀਜੇਪੀ ਦੇ ਵਿੱਚ ਆਈ ਵੱਡੀ ਗਿਰਾਵਟ ਔਰ ਰਾਜਨੀਤਿਕ ਸੱਤਾ ਦੀ ਲਾਲਸਾ ਵਜੋਂ ਵੀ ਵੇਖ ਸਕਦੇ ਹੋ। ਔਰ ਨਿਤਿਨ ਗਡਕਰੀ ਦਾ ਬੋਲ, ਇਹਦਾ ਮਤਲਬ ਗੰਭੀਰਾ ਆਉਂਦੇ ਸਮੇਂ ਪਾਰਟੀ ਦੇ ਅੰਦਰ ਵੀ ਕੁਝ ਹਲਚਲ ਤੁਹਾਨੂੰ ਨਜ਼ਰ ਆ ਸਕਦੀ ਹੈ। ਜੀ, 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 ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ। ਬੇਰੁਜ਼ਗਾਰਾਂ ਤੇ ਪੰਜਾਬ ਸਰਕਾਰ ਨੇ ਕਹਿੰਦੇ ਖਾਸਾ ਕਟਾਪਾ ਚਾੜਿਆ। ਦੇਖੋ, ਇੱਕ ਪਾਸੇ ਤਾਂ ਅੱਜ ਸਰਕਾਰ ਬੈਠਕ ਕਰਨ ਜਾ ਰਹੀ ਆ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਵਾਇਦ ਦੇ ਵਿੱਚ। ਜਿਹੜੀਆਂ ਉਹ ਰਿਪੋਰਟਾਂ ਆਪਾਂ ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ ਕਿ ਉਹ ਅੰਕੜੇ ਹੀ ਨਹੀਂ ਅਫਸਰ ਪੂਰੇ ਦੇ ਰਹੇ ਸੀਗੇ। ਸੋ ਅੱਜ ਉਹਦੀ ਫਾਈਨਲ ਮੀਟਿੰਗ ਆ ਤੇ ਅੱਜ ਹਰਪਾਲ ਚੀਮਾ ਹੋਰਾਂ ਨਾਲ ਕੱਲ ਗੱਲ ਹੋ ਰਹੀ ਸੀ, ਪਤਾ ਲੱਗਿਆ ਕਿ ਉੱਥੋਂ ਭਾਈ ਉਹ ਕਹਿੰਦੇ ਕਿ ਪੂਰੇ ਅੰਕੜੇ ਸਾਨੂੰ ਉਮੀਦ ਹੈ ਸਵੇਰ ਸਾਰਾ ਕੁਝ ਮਿਲ ਜੂਗਾ। ਸਬ ਕਮੇਟੀ ਜਿਹੜੀ ਹੈਗੀ ਆ ਉਹਦੇ ਨਾਲ ਬੈਠਕ ਆ ਔਰ ਉਹਦੇ ਵਿੱਚੋਂ ਅੱਜ ਉਹ ਤਜਵੀਜ਼ ਇੱਕ ਪਾਸੇ ਤਾਂ ਉਹ ਪੜਾਅ ਚੱਲ ਰਿਹਾ, ਦੂਸਰੇ ਪਾਸੇ ਪੰਜਾਬ ਦੇ ਬੇਰੁਜ਼ਗਾਰ ਅਧਿਆਪਕ ਨੇ ਜਿਹੜੇ ਪੀਟੀਆਈ ਅਧਿਆਪਕ ਨੇ 647 ਦੇ ਕਰੀਬ ਇਹ ਅਧਿਆਪਕ ਨੇ, ਤੇ ਉਹ ਅਧਿਆਪਕ ਕੱਲ ਪ੍ਰਦਰਸ਼ਨ ਕਰਨ ਪਹੁੰਚੇ ਸੀਗੇ ਸੰਗਰੂਰ ਮੁੱਖ ਮੰਤਰੀ ਦੇ ਘਰ ਦੇ ਬਾਹਰ, ਤੇ ਉਹਨਾਂ ਦੀ ਮੰਗ ਸੀ ਕਿ ਸਾਡੀ ਮੁਲਾਕਾਤ ਕਰਾ ਦਿਓ। ਉਹਨਾਂ ਦੀ ਉਹ ਮੰਗ ਪੂਰੀ ਕਰਨ ਦੀ ਬਜਾਏ ਲਾਠੀਆਂ, ਫਿਰ ਪਾਣੀ, ਫਿਰ ਕੱਪੜੇ ਫਾੜ, ਫਿਰ ਬੈਰੀਗੇਟ 8 ਮਤਲਬ 8 ਫੁੱਟ ਉੱਚੇ ਬੈਰੀਗੇਟ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਮੁੱਖ ਮੰਤਰੀ ਤੋਂ ਮਿਲਣ ਤੋਂ ਰੋਕਿਆ ਗਿਆ। ਔਰ ਹਾਲਤ ਇਹ ਸੀਗਾ ਕਿ ਉਹ ਜਿੰਨੀ ਵਾਰ ਅੱਗੇ ਵੱਧਦੇ ਸੀ ਉਹਨਾਂ ਦੇ ਪਾਣੀ ਮਾਰਿਆ। ਕਈ 2-3 ਜ਼ਿਆਦਾ ਫੱਟੜ ਵੀ ਹੋਏ ਨੇ ਜਿਹੜੇ ਹਸਪੀਟਲ ਜੇਰੇ ਇਲਾਜ ਨੇ, ਔਰ 3 ਨੇ ਇਹਨਾਂ ਚੋਂ ਫਿਰ ਉੱਥੇ ਇੱਕ ਵਾਰ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਉਸ ਨੂੰ ਵੀ ਪੁਲਿਸ ਨੇ ਰੋਕਿਆ। ਪੁਲਿਸ ਦੇ ਵੀ ਕੁਝ ਮੁਲਾਜ਼ਮ ਜ਼ਖਮੀ ਹੋਏ ਦੱਸੇ ਜਾਂਦੇ ਨੇ। ਪਰ ਇਹਦੇ ਵਿੱਚ ਇੱਕ ਕਹਾਣੀ ਜਿਹੜੀ ਸਮਝਣ ਵਾਲੀ ਆ ਉਹ ਇਹ ਆ ਕਿ ਇਹ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦੇ ਆ ਰਹੇ ਨੇ ਕਿ ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ, ਔਰ ਇੱਕ ਵਾਰ ਨਿਯੁਕਤੀ ਇਹਨਾਂ ਦੀ ਨਿਕਲ ਵੀ ਗਈ ਸੀ ਔਰ ਨਿਯੁਕਤੀ ਪੱਤਰ ਮਿਲਣ ਤੋਂ ਪਹਿਲਾਂ ਹੀ ਮਾਮਲਾ ਵਿਵਾਦਤ ਹੋ ਗਿਆ, ਕੋਰਟ ਚਲਾ ਗਿਆ ਔਰ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਕਿ ਹਾਂ ਇਹਨਾਂ ਦੀ ਭਰਤੀ ਰੈਗੂਲਰ ਕੀਤੀ ਜਾਵੇ। ਉਸ ਮਨਜ਼ੂਰੀ ਦੇ ਬਾਵਜੂਦ ਵੀ ਇਹਨਾਂ ਨੂੰ ਭਰਤੀ ਨਹੀਂ ਕੀਤਾ ਗਿਆ ਇਹਨਾਂ ਨੂੰ ਉਹਦੇ ਇਸ ਲਈ। ਤੇ ਪਿਛਲੀ ਵਾਰ ਇਹਨਾਂ ਮੁਲਾਜ਼ਮਾਂ ਦੇ ਵਿੱਚ ਇੱਕ ਸ਼ਿਮੀ ਸ਼ਰਮਾ ਲੜਕੀ ਆ, ਉਹ ਕੁੜੀ ਟੈਂਕੀ ਤੇ ਚੜੀ ਹੋਈ ਸੀ। ਸੋ ਉਸ ਕੁੜੀ ਨੂੰ ਟੈਂਕੀ ਤੋਂ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਲਾ ਕੇ ਲਿਆਏ ਸੀ, ਔਰ ਅਰਵਿੰਦ ਕੇਜਰੀਵਾਲ ਨੇ ਉੱਥੇ ਕਿਹਾ ਕਿ ਤੂੰ ਮੇਰੀ ਛੋਟੀ ਭੈਣ ਹੈ, ਕਿ ਤੂੰ ਫਿਕਰ ਨਾ ਕਰ, ਜਿੱਦਣ ਸਾਡੀ ਸਰਕਾਰ ਆਈ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਨੂੰ ਔਰ ਤੇਰੇ ਨਾਲ ਦੇ ਸਾਥੀਆਂ ਨੂੰ ਰੁਜ਼ਗਾਰ ਦੇਵਾਂਗੇ। ਤੇ ਹੁਣ 4 ਮਹੀਨੇ ਤੋਂ ਉੱਪਰ ਹੋ ਗਏ, ਉਹਨਾਂ ਨੂੰ ਡਾਂਗਾ ਮਿਲਦੀਆਂ, ਪਾਣੀ ਮਿਲਦਾ, ਕਿਹੜਾ ਵਤੀਰਾ ਬਦਲਿਆ? ਕੀ ਇਹ ਉਹੀ ਪੁਲਿਸ ਹੈ ਜਿਹੜੀ ਕੈਪਟਨ ਦੇ ਰਾਜ 'ਚ ਵੀ ਇਹੀ ਕੁਛ ਕਰਦੀ ਸੀ, ਜਿਹੜੀ ਬਾਦਲਾਂ ਦੇ ਰਾਜ 'ਚ ਵੀ ਇਹੀ ਕੁਛ ਕਰਦੀ ਸੀ? ਫਿਰ ਕੀ ਬਦਲਿਆ? ਤੇ ਕੱਲ ਇਹ ਨੌਜਵਾਨ ਆਪਣੇ ਹੱਕਾਂ ਲਈ ਸੰਗਰੂਰ 'ਚ ਪ੍ਰਦਰਸ਼ਨ ਕਰ ਰਹੇ ਸੀ ਔਰ ਮੁੱਖ ਮੰਤਰੀ ਸਾਹਿਬ ਹਿਮਾਚਲ ਦੀ ਵਾਦੀਆਂ 'ਚ ਆਮ ਆਦਮੀ ਪਾਰਟੀ ਦਾ ਝਾੜੂ ਦਾ ਪ੍ਰਚਾਰ ਕਰ ਰਹੇ ਸੀ। ਸੋ ਜਿਹੜਾ ਆਹ ਚੱਲਣ ਹੈ ਉਸ ਨੇ ਕਿਤੇ ਨਾ ਕਿਤੇ, ਅਜੇ ਤਾਂ ਪੰਜਾਬ ਬਾਕੀ ਗਰੰਟੀਆਂ ਵੱਲ ਬਾਅਦ ਚੋਂ ਜਾਊਗਾ, ਅਜੇ ਤਾਂ ਪੰਜਾਬ ਬਿਜਲੀ ਵਾਲੀ ਗਰੰਟੀ 'ਚ ਉਲਝ ਕੇ ਰਹਿ ਗਿਆ। ਪੰਜਾਬ ਦੇ ਵਾਸੀਆਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਬਿਜਲੀ ਵਾਲੀ ਯੋਜਨਾ ਹੈ ਕੀ ਆ। ਹੁਣ ਲੋਕ ਕਹਿੰਦੇ ਚੱਲ ਭਾਈ ਬਿੱਲ ਡੀਕ ਲੈਂਦੇ ਆ, ਮਤਲਬ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਇੱਕ ਅਜਿਹਾ ਭੰਬਲ ਭੂਸਾ ਬਿਜਲੀ ਨੂੰ ਲੈ ਕੇ ਹੀ ਬਣ ਗਿਆ ਕਿ ਭਾਈ ਉਹ ਕਿਹਨੂੰ ਮਿਲਣੀ ਕਿਹਨੂੰ ਨਹੀਂ ਮਿਲਣੀ, ਐਫੀਡੈਵਿਟ ਦੇਣਾ ਪੈਣਾ, ਘੋਸ਼ਣਾ ਪੱਤਰ ਦੇਣਾ ਪੈਣਾ। ਅੱਛਾ ਮੇਰੇ ਘਰੇ ਪੈਨਸ਼ਨ ਆਉਂਦੀ ਹੈ, ਮੈਨੂੰ ਤਾਂ ਨਹੀਂ ਮਿਲਣੀ। ਹਾਂ, ਇਹਦੇ ਵਿੱਚ ਇੱਕ ਗੱਲ ਬਿਲਕੁਲ ਸਾਫ਼ ਹੈ ਕਿ 600 ਯੂਨਿਟ ਤੱਕ ਸਾਰਿਆਂ ਨੂੰ ਮਾਫ ਹੈ, ਪਰ 601 ਹੁੰਦਿਆਂ ਹੀ ਸਾਰੇ ਦਾ ਬਿੱਲ ਕਿਹਨੂੰ ਕਿਹਨੂੰ ਆਉਣਾ ਇਹਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸੋ ਖਤਰਾ ਖੜਾ ਕਿ ਭਾਈ 601 ਤਾਂ ਸਾਡਾ ਹੋ ਹੀ ਜਾਣਾ, ਕਿਉਂਕਿ ਅੱਜ ਕੱਲ ਹਰੇਕ ਦੇ ਘਰ 'ਚ ਕੂਲਰ ਹੈਗਾ, ਪੱਖਾ ਹੈਗਾ, ਜ਼ਿਆਦਾਤਰ ਘਰਾਂ 'ਚ ਏਸੀ ਜ਼ਿਆਦਾਤਰ ਆ ਗਏ, ਇੱਥੋਂ ਤੱਕ ਕਿ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਹੈਗੀਆਂ, ਉਹ ਚੀਜ਼ਾਂ ਜਿਹੀਆਂ ਗਰਮ ਕਰਨ ਵਾਲਾ ਉਹ ਕੀ ਹੁੰਦੇ ਨੇ ਉਹ ਹੈਗੇ ਨੇ ਘਰਾਂ ਦੇ ਵਿੱਚ, ਰਸੋਈਆਂ ਦੇ ਵਿੱਚ। ਫਿਰ ਅੱਜ ਕੱਲ ਸਵੇਰੇ ਮਧਾਣੀ ਵੀ ਹੁਣ ਤਾਂ ਮਸ਼ੀਨ ਵਾਲੇ ਚੱਲਦੀ ਹੈ, ਟੋਲੂ ਪੰਪ ਲੱਗਿਆ ਘਰਾਂ 'ਚ, ਮੋਟਰ ਰਾਹੀਂ ਉਹ ਟੈਂਕੀ ਭਰਦੀ ਤਾਂ ਟੂਟੀਆਂ 'ਚ ਉੱਪਰੋਂ ਪਾਣੀ ਫਿਰ ਥੱਲੇ ਨੂੰ ਆਉਂਦਾ। ਸੋ ਇਸ ਲਈ ਇਹਦੇ ਨਾਲ ਲੋਕਾਂ ਨੂੰ ਲੱਗਦਾ ਕਿ ਸਾਡਾ ਇੰਨਾ ਤਾਂ ਬਣਿਆ। ਉਹਦੇ ਵਿੱਚ ਕਹਿੰਦੇ ਜੀ ਜਰਨਲੋਂ ਜੀ ਤਾਂ ਤੁਹਾਡਾ 600 ਤੋਂ 1 ਤੋਂ ਬਾਅਦ ਪੂਰਾ ਹੋਊਗਾ। ਅੱਛਾ SCBC ਹੋ ਕੋਈ ਨਾ ਜੀ, ਐਫੀਡੈਵਿਟ ਦਿਓ ਜੀ ਤੁਹਾਡੇ ਘਰੇ ਕੋਈ CA ਨਹੀਂ ਜੰਮਿਆ। ਕਿਉਂ ਭਾਈ? ਜੇ ਉਹਨਾਂ ਨੇ ਕੋਈ ਬੱਚਾ CA ਬਣਾ ਲਿਆ, ਕੋਈ ਡਾਕਟਰ ਬਣਾ ਲਿਆ, ਗੁਨਾਹ ਕਰ ਲਿਆ ਅਗਲਿਆਂ ਨੇ, ਤੁਸੀਂ ਉੱਥੇ ਉਹ ਖੇਲ ਕਰ ਰਹੇ ਹੋ। ਫਿਰ ਜੇ ਅੱਛਾ ਜੇ ਕੋਈ ਪੈਨਸ਼ਨ ਆਉਂਦੀ ਹੈ ਤਾਂ ਨਹੀਂ, ਜੇ ਤੁਸੀਂ ਮਤਲਬ ਕਿ ਕਿਸੇ ਚੇਅਰਮੈਨ ਰਹੇ ਹੋ ਤਾਂ ਨਹੀਂ। ਜੇ ਹੁਣ ਮੰਨ ਲਓ ਜਿਵੇਂ ਪਿੰਡ ਦੇ ਵਿੱਚੋਂ ਇੱਕ ਕੋਟਾ ਰਿਜ਼ਰਵ ਹੈ ਕਿ ਹਾਂ SCBC ਭਾਈਚਾਰੇ ਚੋਂ ਇਸ ਵਾਰ ਸਰਪੰਚ ਬਣਨਾ, ਤਾਂ ਉਸੇ ਤਹਿਤ ਜੇ ਕੋਈ ਚੇਅਰਮੈਨ ਲੱਗ ਗਿਆ ਤਾਂ ਵੀ ਉਹਨਾਂ ਦੀ ਸਥਿਤੀ ਕਹੀ ਜੀ ਆਪਾਂ ਜਾਣਦੇ ਹਾਂ। ਸੋ ਇਸ ਲਈ ਉੱਥੇ ਇਹ ਧੋਖਾ, ਉਧਰ ਮੈਨੂੰ ਲੱਗ ਰਿਹਾ ਇਹ ਧੋਖਾ, ਕੋਈ ਕਹਿੰਦਾ SCBC ਭਾਈਚਾਰੇ ਨਾਲ, ਕੋਈ ਕਹਿੰਦਾ ਜਰਨਲ ਵਰਗਾ। ਮੈਨੂੰ ਲੱਗਦਾ ਧੋਖਾ ਪੰਜਾਬ ਨਾਲ ਹੋ ਰਿਹਾ ਕਿ ਪੰਜਾਬ ਨਾਲ ਉਸੇ ਤਰ੍ਹਾਂ ਆਹ ਪੰਜਾਬ ਦੀ ਜਵਾਨੀ ਨਾਲ ਵੀ ਧੋਖਾ ਹੋ ਰਿਹਾ। ਪੰਜਾਬ ਦੇ ਨੌਜਵਾਨ ਕਿਤੇ ਮਾਸਟਰ ਧਰਨੇ ਤੇ ਨੇ, ਕਿਤੇ ਨਰਸਾਂ ਧਰਨੇ ਤੇ ਨੇ, ਕਿਤੇ ਡਾਕਟਰ ਧਰਨੇ ਤੇ ਨੇ। ਇੱਕ ਅੱਜ ਦੀ ਵਾਰੀ, ਦੂਏ ਦਿਨ ਦੂਏ ਦੀ ਵਾਰੀ।
ਔਰ ਸਰਕਾਰ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਗਈ ਸੀ। ਸਰਕਾਰ ਇਹਨਾਂ ਸਾਰਿਆਂ ਦੇ ਧਰਨਿਆਂ 'ਚ ਆਈ ਸੀ। ਭਗਵੰਤ ਮਾਨ, ਕੇਜਰੀਵਾਲ, ਇਹਨਾਂ ਦੇ ਸਾਰੇ ਮੌਜੂਦਾ ਐਮਐਲਏ ਇਹਨਾਂ ਧਰਨਿਆਂ 'ਚ ਬੈਠਦੇ ਰਹੇ, ਸੰਬੋਧਨ ਕਰਦੇ ਰਹੇ, ਫੋਟੋਆਂ ਖਿਚਾਉਂਦੇ ਰਹੇ, ਪਿੱਠ ਥਾਪੜਦੇ ਰਹੇ, ਔਰ ਇਹਨਾਂ ਨੇ ਵੀ ਵੋਟਾਂ ਪਾਈਆਂ ਨੇ ਜੀ। ਔਰ ਜੇ 92 ਜਿੱਤੇ ਨੇ ਤਾਂ ਕਿਸੇ ਨੇ ਤਾਂ ਵੋਟਾਂ ਪਾਈਆਂ ਨੇ ਨਾ, ਤਾਂ ਹੀ ਜਿੱਤੇ। ਸੋ ਅੱਜ ਤੁਸੀਂ ਉਹਨਾਂ ਦੀ ਉਹ ਗੱਲ ਨਹੀਂ, ਮੂੰਹ ਬੋਲੀ ਭੈਣ ਕਹਿ ਕੇ, ਛੋਟੀ ਭੈਣ ਕਹਿ ਕੇ ਮੁੱਕਰਨਾ ਔਰ ਡਾਂਗ ਭਰਾਉਣਾ, ਗੱਲਬਾਤ ਦੇ ਰਾਹ ਤੇ ਕਿਉਂ ਨਹੀਂ? ਕੀ ਇਹਨਾਂ ਨਾਲ ਅਧਿਕਾਰੀ ਗੱਲ ਨਹੀਂ ਕਰ ਸਕਦੇ? ਕੀ ਸਿੱਖਿਆ ਮੰਤਰੀ ਗੱਲ ਨਹੀਂ ਕਰ ਸਕਦੇ? ਕੀ ਮੁੱਖ ਮੰਤਰੀ ਸਮਾਂ ਨਹੀਂ ਦੇ ਸਕਦੇ? ਇਹਨਾਂ ਨੂੰ ਸਥਿਤੀ ਤੋਂ ਜਾਣੂ ਕਰਾਉਣ, ਇਹਨਾਂ ਨਾਲ ਕੋਈ ਵਾਅਦਾ ਕਰਨ, ਕੋਈ ਕਾਗਜ਼ੀ ਕਾਰਵਾਈ ਸ਼ੁਰੂ ਕਰਨ, ਉਲਟਾ ਤੁਸੀਂ ਡਾਂਗਾ ਤੋਂ। ਇਹਦੇ ਨਾਲ ਸਰਕਾਰ ਦੀ ਦਿੱਖ ਵੀ ਖਰਾਬ ਹੋ ਰਹੀ ਹੈ ਔਰ ਇਹਦੇ ਨਾਲ ਲੋਕਾਂ ਦੇ ਮਨਾਂ 'ਚ ਭਾਵ ਵੀ ਜਾ ਰਿਹਾ ਕਿ ਸਰਕਾਰ ਕਹਿੰਦੀ ਕੁਛ ਆ ਤੇ ਕਰਦੀ ਕੁਛ ਆ।